ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਆਪਾਂ ਸਾਇੰਟੀਫਿਕ ਮੈਨੇਜਮੈਂਟ ਕਰ ਰਹੇ ਸੀ ਤੇ ਉਹਦੇ ਵਿੱਚ ਆਪਾਂ ਜਿਹੜਾ ਨੈਕਸਟ ਟੌਪਿਕ ਜਿਹੜਾ ਕਰ ਰਹੇ ਸੀ ਉਹ ਕਿਹੜਾ ਸੀ, ਟੈਕਨੀਕਸ ਆਫ ਸਾਇੰਟੀਫਿਕ ਮੈਨੇਜਮੈਂਟ ਟੈਕਨੀਕਸ ਹੀ ਕਰ ਰਹੇ ਸੀ ਨਾ। ਐਂਡ 6 ਟੈਕਨੀਕਾਂ ਆਪਾਂ ਕਰ ਲਈਆਂ ਸੀ। 7 ਟੈਕਨੀਕ ਵੀ ਸ਼ੁੱਡ ਹੈਵ ਟੂ ਡੂ। 7th ਦੇ ਵਿੱਚ ਉਹਨੇ ਕੀ ਕਹਿ ਰਿਹਾ ਹੈ, ਟੇਲਰ ਨੇ ਕੀ ਕਿਹਾ ਵਾ 7th ਦੇ ਵਿੱਚ ਕੀ ਕਹਿ ਰਿਹਾ ਵਾ ਕਿ ਡਿਫਰੈਂਸ਼ੀਅਲ ਪੀਸ ਵੇਜ ਸਿਸਟਮ। ਡਿਫਰੈਂਸ਼ੀਅਲ ਪੀਸ ਵੇਜ ਸਿਸਟਮ ਦਾ ਮਤਲਬ ਹੁੰਦਾ ਵਾ ਕਿ ਪਹਿਲਾਂ ਤਾਂ ਟੇਲਰ ਨੇ ਇਹ ਕਿਹਾ ਵਾ ਕਿ ਜੇ ਤੁਸੀਂ ਕੋਈ ਕੰਮ ਕਰ ਰਹੇ ਜੋ ਆਫਿਸ ਦੇ ਵਿੱਚ ਕੰਮ ਕਰਨਾ ਨਾ, ਤਾਂ ਪਹਿਲਾਂ ਤੁਸੀਂ ਇਹ ਡਿਸਾਈਡ ਕਰੋ ਕਿ ਤੁਹਾਡੇ ਵਧੀਆ ਵਰਕਰ ਕਿਹੜੇ ਆ ਅਤੇ ਮਾੜੇ ਵਰਕਰ ਕਿਹੜੇ ਆ, ਅਤੇ ਇੱਕ ਸੈੱਟ ਰੱਖ ਲਓ। ਇੱਕ ਸੈੱਟ ਦਾ ਮਤਲਬ ਆ ਕਿ ਇੱਕ ਰੱਖ ਲਓ ਕਿ ਤੁਸੀਂ ਜਿਹੜਾ ਇੱਕ ਨੋਰਮਲ ਬੰਦਾ ਵਾ, ਜੇ ਉਹ ਵਧੀਆ ਕੰਮ ਕਰ ਰਿਹਾ ਤਾਂ ਉਹਨੂੰ ਕਿੰਨੇ ਪੈਸੇ ਦੇਣੇ ਆ, ਅਤੇ ਜੇ ਉਹ ਤੋਂ ਘੱਟ ਕਰ ਰਿਹਾ ਉਹਨੂੰ ਕਿੰਨੇ ਪੈਸੇ ਦੇਣੇ, ਅਤੇ ਜੇ ਉਹ ਤੋਂ ਵੱਧ ਕਰ ਰਿਹਾ ਤਾਂ ਉਹਨੂੰ ਕਿੰਨੇ ਪੈਸੇ ਦੇਣੇ। ਹੁਣ ਆਪਾਂ ਇਹਦੇ ਵਿੱਚ ਪੜ੍ਹਦੇ ਉਹਨੇ ਕੀ ਕਿਹਾ। ਦਿਸ ਸਿਸਟਮ ਆਫ ਵੇਜ ਸਿਸਟਮ ਇਜ਼ ਕੰਸਰਨ ਵਿਦ ਗਿਵਿੰਗ ਡਿਫਰੈਂਟ ਵੇਜ਼ ਟੂ ਐਫੀਸ਼ੀਐਂਟ ਐਂਡ ਇਨਐਫੀਸ਼ੀਐਂਟ ਇੰਪਲੋਏ। ਉਹੀ ਗੱਲ ਹੋ ਗਈ ਨਾ, ਕਹਿੰਦਾ ਕਿ ਵੱਖ-ਵੱਖ ਦਿਹਾੜੀ ਦੇਣੀ। ਵੇਜ ਦਾ ਮਤਲਬ ਉਹੀ ਹੋ ਗਿਆ ਨਾ, ਦਿਹਾੜੀ ਦੇਣੀ, ਕਿ ਜਿਹੜਾ ਐਫੀਸ਼ੀਐਂਟ ਵਰਕਰ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਉਹਨੂੰ ਜ਼ਿਆਦਾ ਪੈਸੇ ਦੇਣੇ, ਅਤੇ ਜਿਹੜਾ ਘੱਟ ਕੰਮ ਕਰ ਰਿਹਾ ਉਹਨੂੰ ਘੱਟ ਪੈਸੇ ਦੇਣੇ। According to Taylor, in order to improve the performance of the organization, specific standards about any task, activity, production or time should be determined। ਕਹਿੰਦਾ ਕਿ ਟੇਲਰ ਇਹ ਕਹਿੰਦਾ ਵਾ ਕਿ ਜੇ ਤੁਸੀਂ ਆਪਣੀ ਵੱਧ ਤੋਂ ਵੱਧ ਆਊਟਪੁੱਟ ਕਰਵਾਉਣੀ ਹੈ, ਵੱਧ ਤੋਂ ਵੱਧ ਤੁਸੀਂ ਆਪਣੀ ਵੀ ਪ੍ਰੋਡਕਸ਼ਨ ਕਰਵਾਉਣੀ ਆ ਵਰਕਰਸ ਕੋਲ, ਤਾਂ ਤੁਹਾਨੂੰ ਇੰਨਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਇੱਕ ਸਟੈਂਡਰਡ ਰੱਖੋ। ਸਟੈਂਡਰਡ ਦਾ ਮਤਲਬ ਇਹ ਆ ਕਿ ਤੁਸੀਂ ਇਹ ਕਹੋ ਕਿ ਇੱਕ ਦਿਨ ਦੇ ਵਿੱਚ 10 ਯੂਨਿਟ ਬਣਨੇ ਚਾਹੀਦੇ ਆ, ਠੀਕ ਹੈ। ਇੱਕ ਵਰਕਰ 10 ਯੂਨਿਟ ਬਣਾਊਗਾ ਹੀ ਬਣਾਊਗਾ, ਉਹ ਸਟੈਂਡਰਡ ਹੋ ਗਿਆ। ਸਟੈਂਡਰਡ ਦਾ ਮਤਲਬ ਕਿ 10 ਤੇ ਹਰ ਇੱਕ ਨੇ ਬਣਾਉਣੇ ਆ, ਠੀਕ ਹੈ। ਹੁਣ ਇਹਦੇ ਵਿੱਚ ਅੱਗੇ ਵੇਖੋ, ਦੈਨ ਦ ਇੰਪਲੋਏ ਕੈਨ ਬੀ ਕਲਾਸੀਫਾਈਡ ਐਜ਼ ਐਫੀਸ਼ੀਐਂਟ ਔਰ ਇਨਐਫੀਸ਼ੀਐਂਟ ਔਨ ਦ ਬੇਸਿਸ ਆਫ ਦੀਸ ਸਟੈਂਡਰਡਸ। ਓਬਵੀਅਸਲੀ ਐਫੀਸ਼ੀਐਂਟ ਕਿੱਦਾਂ ਮੰਨਿਆ ਜਾਊਗਾ, ਜੇ 10 ਤੋਂ ਵੱਧ ਬਣਾ ਦੂਗਾ, ਠੀਕ ਆ। ਅਤੇ ਜੇ ਇਨਐਫੀਸ਼ੀਐਂਟ ਦਾ ਮਤਲਬ ਆ ਕਿ 10 ਤੋਂ ਘੱਟ ਪ੍ਰੋਡਕਟ ਬਣਾਊਗਾ, ਦੈਟ ਮੀਨਸ ਉਹ ਵਰਕਰ ਕੀ ਆ, ਇਨਐਫੀਸ਼ੀਐਂਟ ਆ। In this concept, the system of giving higher wage to efficient worker and lower wage to inefficient employee। ਤੇ ਉਹੀ ਗੱਲ ਹੋ ਗਈ, ਜਿਹੜਾ ਵੱਧ ਪਰਫਾਰਮ ਕਰੂਗਾ, ਜਿਹਨੇ 11 ਯੂਨਿਟ ਬਣਾਏ ਉਹਨੂੰ ਵੱਧ ਪੈਸਾ ਦੇਵਾਂਗੇ, ਜਿਹਨੇ 9 ਯੂਨਿਟ ਬਣਾਏ ਆ ਉਹਨੂੰ ਕੀ ਦੇਵਾਂਗੇ, ਆਪਾਂ ਘੱਟ ਪੈਸਾ ਦੇਵਾਂਗੇ। is known as differential piece wage system. According to Taylor, motivation and morale of the efficient employees are strengthened when this system is adopted because they get higher wage। ਕਹਿੰਦੇ ਕਿ ਜਿਹਨੂੰ ਤੇ ਵੱਧ ਵੇਜ ਮਿਲਣਗੇ, ਇੱਕ ਟੇਲਰ ਨੇ ਇਹੋ ਕਿਹਾ ਵਾ ਕਿ ਜਿਹਨੂੰ ਵੱਧ ਵੇਜ ਮਿਲਣਗੇ, ਕਿ ਉਹਨੂੰ ਇਹ ਲੱਗਦਾ ਕਿ ਹਾਂ ਬਹੁਤ ਵਧੀਆ ਆਰਗੇਨਾਈਜੇਸ਼ਨ ਲਈ ਕਹਿੰਦੇ ਉਹਨੂੰ ਵੱਧ ਵੇਜ ਮਿਲਣਗੇ, ਅਤੇ ਓਬਵੀਅਸਲੀ ਉਹ ਹੋਰ ਜ਼ਿਆਦਾ ਮੋਟੀਵੇਟ ਹੋਊਗਾ। ਜਦੋਂ ਹੋਰ ਜ਼ਿਆਦਾ ਮੋਟੀਵੇਟ ਹੋਊਗਾ ਤਾਂ ਹੋਰ ਜ਼ਿਆਦਾ ਵਧੀਆ ਕੰਮ ਕਰੂਗਾ ਆਰਗੇਨਾਈਜੇਸ਼ਨ ਲਈ। ਔਨ ਦਾ ਅਦਰ ਹੈਂਡ ਕਹਿੰਦਾ ਕਿ ਜਿਹੜਾ ਇਨਐਫੀਸ਼ੀਐਂਟ ਵਰਕਰ ਆ, ਜਿਹਨੇ 9 ਯੂਨਿਟ ਬਣਾਏ, ਉਹਨੂੰ ਵੀ ਇਹ ਹੋਊਗਾ ਕਿ ਮੈਂ ਵੀ ਵੱਧ ਤੋਂ ਵੱਧ ਬਣਾਵਾਂ, ਕਿਉਂਕਿ ਮੈਨੂੰ ਵੀ ਵੱਧ ਤੋਂ ਵੱਧ ਪੈਸਾ ਮਿਲੂਗਾ, ਠੀਕ ਹੈ। ਹੁਣ ਇਹਦੇ ਵਿੱਚ ਵੇਖੋ ਬੱਚੇ, ਸਪੋਜ਼ ਹੁਣ ਆਪਾਂ ਇਹਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦੇ ਜ਼ਰੀਏ ਤੁਹਾਨੂੰ ਸਾਰਾ ਸਮਝ ਆ ਜਾਣਾ। ਸਪੋਜ਼ ਐਨ ਆਰਗੇਨਾਈਜੇਸ਼ਨ ਹੈਜ਼ ਫਿਕਸਡ ਸਟੈਂਡਰਡ ਵੇਜ ਆਫ ₹50 ਪਰ ਯੂਨਿਟ। ਕਹਿੰਦਾ ਕਿ ਉਹਨਾਂ ਨੇ ਸਟੈਂਡਰਡ ਬਣਾਇਆ ਵਾ ਕਿ ਜੇ ਤੁਸੀਂ 1 ਯੂਨਿਟ ਬਣਾਉਂਦੇ ਜੋ, ਉਹਨਾਂ ਨੇ ਆਰਗੇਨਾਈਜੇਸ਼ਨ ਨੇ ਇਹ ਕਿਹਾ ਵਾ ਕਿ 1 ਯੂਨਿਟ ਬਣਾਉਂਦੇ ਹੋ ਤੁਹਾਨੂੰ ਕਿੰਨੇ ਪੈਸੇ ਮਿਲਣਗੇ, ₹50। ਐਂਡ ਸਟੈਂਡਰਡ ਆਊਟਪੁੱਟ ਆਫ 8 ਪਰ ਯੂਨਿਟ ਪਰ ਇੰਪਲੋਏ। ਅਤੇ ਕਹਿੰਦਾ ਕਿ ਘੱਟੋ ਘੱਟ 8 ਯੂਨਿਟ ਤਾਂ ਬਣਾਉਣੇ ਆ, ਅਤੇ 8 ਯੂਨਿਟ ਬਣਾਉਣੇ ਆ, ਘੱਟੋ ਘੱਟ 8 ਯੂਨਿਟ ਬਣਾਉਣੇ, ਅਤੇ 1 ਯੂਨਿਟ ਦਾ ਤੁਹਾਨੂੰ ਕਿੰਨੇ ਪੈਸੇ ਮਿਲਣੇ ਆ, ₹50। ਇਹਦਾ ਮਤਲਬ 8 ਮਲਟੀਪਲਾਈ ਬਾਈ 50 ਕਿੰਨਾ, ਤੁਹਾਨੂੰ ਪੈਸੇ ਕਿੰਨੇ ਹੋ ਗਏ, ₹400। ਇੱਕ ਦਿਨ ਦਾ ਤੁਹਾਨੂੰ ਕਿੰਨਾ ਮਿਲੂਗਾ, ₹400। ਇਫ ਏ ਵਰਕਰ ਪ੍ਰੋਡਿਊਸ ਮੋਰ ਦੈਨ ਸਟੈਂਡਰਡ ਆਊਟਪੁੱਟ। ਕਹਿੰਦਾ ਕਿ ਜੇ ਵਰਕਰ ਆਊਟਪੁੱਟ ਤੋਂ ਵੱਧ ਬਣਾ ਦੇ, ਹੀ ਵਿਲ ਗੈਟ ਹਾਇਰ ਵੇਜ ਐਟ ਦ ਰੇਟ ਆਫ 60। ਫੋਰ ਐਗਜ਼ਾਮਪਲ ਕਿ ਜੇ ਉਹਨਾਂ ਨੇ ਕਿੰਨੇ ਗਏ ਇੱਕ ਦਿਨ 'ਚ ਯੂਨਿਟ ਕਿੰਨੇ ਬਣਾਉਣੇ, 8। ਬਟ ਜੇ ਵਰਕਰ 9 ਬਣਾ ਦੇ, ਜੇ ਵਰਕਰ ਨੇ 1 ਯੂਨਿਟ ਵੀ ਵੱਧ ਬਣਾਤਾ, 8 ਤੋਂ 9 ਕਰਤੇ, ਦੈਟ ਮੀਨਸ ਕਿ ਉਹਨੂੰ ਉੱਦਾਂ ₹50 ਮਿਲਦੇ, ਫਿਰ ਕਿੰਨੇ ਮਿਲਣਗੇ, ₹60 ਮਿਲਣਗੇ। ਗੱਲ ਸਮਝੋ ਮੇਰੀ, ਠੀਕ ਆ। ਐਂਡ ਹੂ ਪ੍ਰੋਡਿਊਸ ਲੈਸ ਦੈਨ ਸਟੈਂਡਰਡ ਆਊਟਪੁੱਟ। ਹੁਣ ਲੈਸ ਦੈਨ ਸਟੈਂਡਰਡ ਦਾ ਮਤਲਬ ਹੋ ਗਿਆ ਕਿ ਜਿਹਨੇ 8 ਤੋਂ ਘੱਟ ਬਣਾਏ, 8 ਤੋਂ ਘੱਟ ਬਣਾਏ, ਦੈਟ ਮੀਨਸ 7 ਯੂਨਿਟ ਬਣਾਏ, ਉਹਨੂੰ ਕਿੰਨੇ ਮਿਲਣਗੇ, ₹40। 1 ਯੂਨਿਟ ਦੇ ਉੱਤੇ ਕਿੰਨੇ ਮਿਲਣਗੇ, ₹40। In such a situation, a worker producing 8 per unit day will get ₹400। ਹੋਈ ਗੱਲ ਨਾ, ਜਿਹਨੇ 8 ਯੂਨਿਟ ਬਣਾਏ, 8 ਮਲਟੀਪਲਾਈ ਬਾਈ 50 ਕਿੰਨੇ ਹੋ ਗਏ, 400। ਬਟ ਜਿਹਨੇ 9 ਬਣਾਤੇ, ਓਬਵੀਅਸਲੀ ਜਿਹਨੇ 1 ਵੀ ਵੱਧ ਬਣਾਤਾ, ਜਾਂ ਉਹਨੇ ਇੱਥੇ ਐਗਜ਼ਾਮਪਲ ਦਿੱਤੀ 10 ਬਣਾਤੇ, 8 ਤੋਂ ਵੱਧ ਬਣਾਏ ਨਾ, 10 ਜਿੰਨੇ ਬਣਾਏ ਹੋਣਗੇ, 10 ਮਲਟੀਪਲਾਈ ਬਾਈ 60 ਬਣਾਇਆ ਨਾ ਰੇਟ, 10 ਮਲਟੀਪਲਾਈ ਬਾਈ 60 ਕਿੰਨਾ ਰੇਟ ਹੋਣਾ, ਉਹਨੂੰ ₹600 ਮਿਲਣਗੇ, ਠੀਕ ਹੈ। ਐਂਡ ਦੈਨ ਜੇ ਕਹਿੰਦਾ 8 ਤੋਂ ਘੱਟ ਜਿੰਨੇ ਬਣਾਏ ਆ, ਉਹਨੇ 6 ਬਣਾਏ, ਉਹਨੂੰ ਕਿੰਨਾ ਮਿਲਣਗੇ, ₹40। 6 ਮਲਟੀਪਲਾਈ ਬਾਈ 40 ਕਿੰਨਾ ਬਣਿਆ, 240। ਸਮਝ ਆ ਰਹੀ ਹੈ ਮੇਰੀ ਗੱਲ ਦੀ। ਹੁਣ ਇੱਥੇ ਡਿਫਰੈਂਸ ਵੇਖੋ, ਕਿੰਨਾ ਡਿਫਰੈਂਸ ਪੈ ਜਾਂਦਾ ਵਾ 1 ਯੂਨਿਟ ਦੇ ਪਿੱਛੇ। ਜੇ ਤਾਂ ਉਹ ਪੂਰੇ ਬਣਾਊਗਾ, ਇਹਦੇ ਵਿੱਚ ਮੈਂ ਫਿਰ ਦੁਬਾਰਾ ਸਮਝਾਉਂਦੀ ਹਾਂ ਕਿ ਜੇ ਉਹਨੇ ਪੂਰੇ ਯੂਨਿਟ ਬਣਾਏ 8 ਦੇ 8, ਉਹਨੂੰ ਕਿੰਨੇ ਪੈਸੇ ਮਿਲਣਗੇ,
ਉਹਨੂੰ ਕਿੰਨੇ 50 ਰੁਪਏ। ਬਟ ਜੇ ਉਹਨੇ 8 ਤੋਂ ਘੱਟ ਬਣਾਇਆ ਤਾਂ ਉਹਨਾਂ ਨੇ ਪਹਿਲਾਂ ਹੀ ਸੋਚ ਕੇ ਰੱਖਿਆ ਵਾ ਕਿ ਉਹਨੂੰ 40 ਰੁਪਏ ਦੇਣੇ 1 ਯੂਨਿਟ ਦੇ। ਐਂਡ ਜੇ ਉਹਨੇ 8 ਤੋਂ ਵੱਧ ਬਣਾਤੇ ਤਾਂ ਉਹਨਾਂ ਨੇ ਸੋਚ ਕੇ ਰੱਖਿਆ ਕਿ ਉਹਨੂੰ 60 ਰੁਪਏ ਦੇਣੇ। ਜਿੰਨੇ ਯੂਨਿਟ ਬਣਾਊਂਗਾ ਠੀਕ ਹੈ 60 ਮਲਟੀਪਲਾਈ ਬਾਈ ਉਨੇ ਕਰ ਦਾਂਗੇ, ਤੁਸੀਂ ਓਬਵੀਅਸਲੀ ਵੇਜ ਵੱਧ ਜਾਣੀ। ਇਹਦੇ ਵਿੱਚ ਵੇਖੋ ਹੁਣ ਉਹਨੇ ਓਬਜੈਕਟਿਵਸ ਦੱਸੇ ਆ ਕਿ ਇੰਪਲੋਇਜ਼ ਇਹ ਵੇਖਣਾ ਵਾ ਕਿ ਕਿਹੜਾ ਇੰਪਲੋਏ ਵਧੀਆ ਵਾ ਕਿਹੜਾ ਨਹੀਂ ਵਧੀਆ, ਮੋਟੀਵੇਟ ਕਰਨਾ ਜਿਹੜੇ ਜ਼ਿਆਦਾ ਵਧੀਆ ਇੰਪਲੋਏ ਐਫੀਸ਼ੀਐਂਟ ਇੰਪਲੋਇਜ਼ ਕਿ ਤਾਂ ਜੋ ਉਹਨਾਂ ਨੂੰ ਇਹ ਲੱਗੇ ਕਿ ਸਾਨੂੰ ਵੱਧ ਤੋਂ ਵੱਧ ਪੈਸਾ ਮਿਲੇ, ਇਨਕਰੇਜ ਕਰਨਾ ਇਨਐਫੀਸ਼ੀਐਂਟ ਜਿਹੜੇ ਨਹੀਂ ਬੈਟਰ ਪਰਫੋਰਮ ਕਰਦੇ ਉਹਨਾਂ ਨੂੰ ਇਨਕਰੇਜ ਕਰਨਾ ਤਾਂ ਜੋ ਉਹ ਕੀ ਕਰ ਸਕਣ, ਉਹਨਾਂ ਨੂੰ ਇਹ ਫੀਲ ਹੋਵੇ ਕਿ ਹਾਂ ਅਸੀਂ ਵੀ ਵਧੀਆ ਪਰਫੋਰਮ ਕਰਨਾ ਤਾਂ ਜੋ ਸਾਨੂੰ ਵੱਧ ਤੋਂ ਵੱਧ ਪੈਸੇ ਮਿਲਣ। ਠੀਕ ਹੈ, ਓਬਵੀਅਸਲੀ ਜਿਹੜਾ ਵੱਧ ਵਧੀਆ ਪਰਫੋਰਮ ਕਰੂਗਾ ਓਬਵੀਅਸਲੀ ਤੁਹਾਡੀ ਆਰਗੇਨਾਈਜੇਸ਼ਨ ਕੀ ਹੋਊਗੀ, ਇੰਪਰੂਵ ਹੋਊਗੀ। ਲਾਸਟ ਵਨ ਇਜ਼ ਦੈਟ ਮੈਂਟਲ ਰੈਵੋਲਿਊਸ਼ਨ। ਮੈਂਟਲ ਰੈਵੋਲਿਊਸ਼ਨ ਦੇ ਵਿੱਚ ਕੀ ਹੁੰਦਾ, ਮੈਂਟਲ ਰੈਵੋਲਿਊਸ਼ਨ ਇਜ਼ ਕੰਸਰਨਡ ਵਿਦ ਦ ਚੇਂਜ ਇਨ ਦ ਐਟੀਟਿਊਡ ਆਫ ਬੋਥ ਇੰਪਲੋਇਜ਼ ਐਂਡ ਮੈਨੇਜਰਸ। ਕਹਿੰਦਾ ਕਿ ਇਹਦੇ ਵਿੱਚ ਇਹ ਹੋਣਾ ਵਾ ਕਿ ਇੰਪਲੋਏ ਵੀ ਆਪਣਾ ਐਟੀਟਿਊਡ ਚੇਂਜ ਕਰੇ, ਆਪਣਾ ਬਿਹੇਵੀਅਰ ਚੇਂਜ ਕਰੇ ਅਤੇ ਮੈਨੇਜਰ ਵੀ ਆਪਣਾ ਚੇਂਜ ਕਰੇ ਬਿਹੇਵੀਅਰ। ਅਕੋਰਡਿੰਗ ਟੂ ਟੇਲਰ ਦੇਰ ਇਜ਼ ਆਲਵੇਜ਼ ਕਨਫਲਿਕਟ ਕੰਪੀਟੀਸ਼ਨ ਡਿਸਐਗਰੀਮੈਂਟ ਐਂਡ ਡਿਸਟਰੈਸ ਬਿਟਵੀਨ ਦ ਇੰਪਲੋਇਜ਼ ਐਂਡ ਮੈਨੇਜਰ। ਕਹਿੰਦਾ ਕਿ ਟੇਲਰ ਇਹ ਕਹਿੰਦਾ ਵਾ ਕਿ ਹਮੇਸ਼ਾ ਲੜਾਈ ਝਗੜਾ ਹੁੰਦਾ ਰਹਿੰਦਾ ਮੈਨੇਜਰਸ ਦੇ ਵਿੱਚ ਅਤੇ ਇੰਪਲੋਇਜ਼ ਦੇ ਵਿੱਚ। ਕਿਸੇ ਵੇਲੇ ਮੈਨੇਜਰ ਇਹ ਕਹਿੰਦਾ ਤੁਸੀਂ ਕੰਮ ਨਹੀਂ ਕੀਤਾ ਵਧੀਆ, ਇੰਪਲੋਇਜ਼ ਕਹਿੰਦਾ ਅਸੀਂ ਤਾਂ ਵਧੀਆ ਕੀਤਾ, ਐਵੇਂ ਬੋਲੀ ਜਾਂਦਾ ਸਾਨੂੰ। ਇਹਦਾ ਮਤਲਬ ਕਿ ਲੜਾਈ ਝਗੜੇ ਰਹਿਣੇ ਕਿ ਇੱਕ ਦੂਜੇ ਦੇ ਨਾਲ ਪ੍ਰੋਬਲਮ ਰਹਿਣੀ। Employee often feel that manager make them to work too much, pay them less wages, do not provide them better working condition and even exploit them। ਕਹਿੰਦਾ ਕਿ ਜਿਹੜੇ ਵਰਕਰਸ ਆ ਉਹਨਾਂ ਨੂੰ ਇਹ ਹਮੇਸ਼ਾ ਫੀਲ ਹੁੰਦਾ ਕਿ ਮੈਨੇਜਰ ਉਹਨਾਂ ਕੋਲ ਹਮੇਸ਼ਾ ਵੱਧ ਕੰਮ ਕਰਵਾਉਂਦਾ ਵਾ ਅਤੇ ਉਹਨਾਂ ਨੂੰ ਦਿਹਾੜੀ ਘੱਟ ਦਿੰਦਾ, ਵੇਜਿਸ ਘੱਟ ਦਿੰਦਾ। ਐਂਡ ਦੂਜੇ ਪਾਸੇ ਇਹ ਕਿ ਉਹਨਾਂ ਨੂੰ ਵਰਕਿੰਗ ਕੰਡੀਸ਼ਨ ਵੀ ਨਹੀਂ ਵਧੀਆ, ਨਾ ਉਹਨਾਂ ਨੂੰ ਪੱਖੇ ਦਿੰਦਾ ਨਾ ਕੁਝ ਹੋਰ ਵੀ, ਉਹਨਾਂ ਨੂੰ ਗਰਮੀ 'ਚ ਕੰਮ ਕਰਨਾ ਪੈਂਦਾ। ਔਨ ਦ ਅਦਰ ਹੈਂਡ ਮੈਨੇਜਰ ਆਫਨ ਥਿੰਕ ਦੈਟ ਦ ਇੰਪਲੋਇਜ਼ ਡੂ ਨਾਟ ਵਰਕ ਹਾਰਡ, ਡੂ ਨਾਟ ਫੋਲੋ ਦ ਆਰਡਰਸ ਆਫ ਦ ਮੈਨੇਜਰ ਪ੍ਰੋਪਰਲੀ, ਆਲਵੇਜ਼ ਕੀਪ ਔਨ ਡਿਮਾਂਡਿੰਗ ਬੈਟਰ ਵਰਕਿੰਗ ਕੰਡੀਸ਼ਨਸ ਐਂਡ ਦਾ ਡਿਮਾਂਡ ਹਾਇਰ ਵੇਜ ਰੇਟ। ਕਹਿੰਦਾ ਦੂਜੇ ਪਾਸੇ ਮੈਨੇਜਰ ਨੂੰ ਇਹ ਲੱਗਦਾ ਕਿ ਕੰਮ ਤਾਂ ਵਧੀਆ ਕਰਨ ਨਹੀਂ ਦੇ ਅਤੇ ਇਹਨਾਂ ਨੂੰ ਕੀ ਆ ਕਿ ਇਹ ਵੱਧ ਤੋਂ ਵੱਧ ਮੇਰੇ ਕੋਲ ਵੇਜਿਸ ਮੰਗੀ ਜਾਂਦੇ ਆ, ਨਾ ਵਰਕਿੰਗ ਕੰਡੀਸ਼ਨਸ ਵਧੀਆ ਮੰਗੀ ਜਾਂਦੀ ਅਤੇ ਕੰਮ 'ਤੇ ਪਰਫੋਰਮ ਕਰ ਨਹੀਂ ਦੇ। ਦੈਟ ਮੀਨਸ ਦੋਵਾਂ 'ਚ ਆਪਸ ਦੇ ਵਿੱਚ ਕੀ ਰਹਿਣੀ, ਲੜਾਈ ਝਗੜੇ ਰਹਿਣੇ। ਦਿਸ ਜਨਰੇਟ ਕਨਫਲਿਕਟ ਐਂਡ ਸਟਰਗਲ ਇਨ ਦ ਆਰਗੇਨਾਈਜੇਸ਼ਨ ਵਿਚ ਹੈਵ ਹਾਈਲੀ ਐਡਵਰਸ ਇਫੈਕਟਸ ਔਨ ਦ ਆਰਗੇਨਾਈਜੇਸ਼ਨ। ਓਬਵੀਅਸਲੀ ਜਦੋਂ ਆਪਸ 'ਚ ਲੜਾਈ ਝਗੜੇ ਰਹਿਣਗੇ ਅਤੇ ਨਾ ਵਰਕਰਸ ਨੇ ਬੈਟਰ ਪਰਫੋਰਮ ਕਰਨਾ, ਜੇ ਵਰਕਰਸ ਬੈਟਰ ਪਰਫੋਰਮ ਨਹੀਂ ਕਰਨਗੇ ਤਾਂ ਆਰਗੇਨਾਈਜੇਸ਼ਨ ਤੁਹਾਡੀ ਕੀ ਹੋਊਗੀ, ਲਾਸ 'ਚ ਜਾਊਗੀ। According to Taylor, under mental revolution, both employees and managers should bring constructive changes in their attitude and they should adopt a positive thinking। ਕਹਿੰਦੇ ਕਿ mental revolution 'ਚ ਟੇਲਰ ਨਹੀਂ ਕਿਹਾ ਵਾ ਕਿ ਦੋਵਾਂ ਨੂੰ ਚੇਂਜ ਹੋਣਾ ਪਊਗਾ, ਮੈਨੇਜਰ ਨੂੰ ਵੀ ਅਤੇ ਇੰਪਲੋਇਜ਼ ਨੂੰ ਵੀ ਚੇਂਜ ਹੋਣਾ ਪਊਗਾ ਤਾਂ ਜੋ ਆਰਗੇਨਾਈਜੇਸ਼ਨ ਇੱਕ ਬੈਟਰ ਪਰਫੋਰਮ ਕਰ ਸਕੇ। ਦੇ ਸ਼ੁੱਡ ਅੰਡਰਸਟੈਂਡ ਈਚ ਅਦਰਸ ਪੋਜੀਸ਼ਨ ਐਂਡ ਦੈਨ ਦੇ ਸ਼ੁੱਡ ਵਰਕ ਔਨ ਬੇਸਿਸ ਆਫ ਮਿਊਚੁਅਲ ਟਰਸਟ, ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ। ਕਹਿੰਦਾ ਕਿ ਦੋਵਾਂ ਨੂੰ ਇੱਕ ਦੂਜੇ ਦੇ ਜਜ਼ਬਾਤਾਂ ਨੂੰ ਸਮਝਣਾ ਪਊਗਾ, ਇੰਪਲੋਇਜ਼ ਨੂੰ ਇਹ ਸਮਝਣਾ ਪਊਗਾ ਕਿ ਮੈਨੇਜਰ ਸਾਡੇ ਲਈ ਭਲੇ ਲਈ ਕਹਿੰਦੇ ਆ ਅਤੇ ਮੈਨੇਜਰ ਨੂੰ ਵੀ ਇਹ ਸਮਝਣਾ ਪਊਗਾ ਕਿ ਵਰਕਰਸ ਨੂੰ ਫੀਲ ਕਰਾਵੇ ਕਿ ਹਾਂ ਉਹ ਇੱਕ ਆਰਗੇਨਾਈਜੇਸ਼ਨ ਦਾ ਪਾਰਟ ਆ, ਤਾਂ ਹੀ ਤੁਸੀਂ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆਪਣੇ ਗੋਲਸ ਨੂੰ ਕੀ ਕਰ ਸਕਦੇ ਜੋ, ਅਚੀਵ ਕਰ ਸਕਦੇ ਜੋ। ਠੀਕ ਹੈ, ਇਹਦੇ ਨਾਲ ਕੀ ਹੋਊਗਾ, ਕਹਿੰਦੇ ਕਿ ਜਦੋਂ ਮੈਂਟਲ ਰੈਵੋਲਿਊਸ਼ਨ ਆ ਜਾਊਗੀ ਤੁਸੀਂ ਵੱਧ ਤੋਂ ਵੱਧ ਪ੍ਰੋਫਿਟ ਕਮਾਓਗੇ ਅਤੇ ਦੋਵੇਂ ਪਾਰਟੀਆਂ ਹੋ ਗਈਆਂ, ਪ੍ਰੋਫਿਟ ਦੇ ਨਾਲ ਆਰਗੇਨਾਈਜੇਸ਼ਨ ਨੂੰ ਅਤੇ ਆਰਗੇਨਾਈਜੇਸ਼ਨ ਦਾ ਤਾਂ ਹੋਣਾ ਹੀ ਹੋਣਾ, ਬੈਨੀਫਿਟ ਹੋਣਾ ਹੀ ਹੋਣਾ। ਓਬਵੀਅਸਲੀ ਇੰਪਲੋਇਜ਼ ਨੂੰ ਵੱਧ ਤੋਂ ਵੱਧ ਕੀ ਮਿਲਣਗੇ, ਵੇਜਿਸ ਮਿਲਣਗੇ। ਬੱਚੇ ਹੁਣ ਓਬਜੈਕਟਿਵਸ ਉਹੀ ਗੱਲ ਆ ਜੋ ਆਪਾਂ ਪੜ੍ਹੇ ਆ, ਇਹਨਾਂ ਨੂੰ ਦੇਖ ਲਿਓ ਅਤੇ ਦੈਟਸ ਆਲ ਫॉर ਟੂਡੇ। ਇਹ ਓਬਜੈਕਟਿਵਸ ਜੋ ਮੈਂ ਪਹਿਲੇ 'ਚ ਪੜ੍ਹਾ ਚੁੱਕੀ ਉਹੀ ਆ, ਜੇ ਨਹੀਂ ਸਮਝ ਆਉਣਗੇ ਦੁਬਾਰਾ ਪੁੱਛ ਲਿਓ। ਦੈਟਸ ਆਲ ਫॉर ਟੂਡੇ।